ਸਤਿ ਸ਼੍ਰੀ ਅਕਾਲ, ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ। ਖਬਰ ਪੜਤਾਲ ਲੈ ਕੇ ਹਾਜ਼ਰ ਹਾਂ। ਪੰਜਾਬ ਦੇ ਅਹਿਮ ਮਸਲੇ ਨੇ, ਕਿਸਾਨੀ ਮਸਲਿਆਂ ਦੇ ਉੱਤੇ ਚਰਚਾ ਕਰਾਂਗੇ। ਕਿਸਾਨੀ ਅੰਦੋਲਨ ਅੱਜ 8ਵੇਂ ਦਿਨ ਦੇ ਵਿੱਚ ਦਾਖਲ ਹੋ ਚੁੱਕਿਆ ਹੈ ਤੇ ਕਿਸਾਨਾਂ ਦੇ ਵੱਲੋਂ ਅੱਜ ਭੁੱਖ ਹੜਤਾਲ ਕੀਤੀ ਜਾਣੀ ਹੈ। ਇਸ ਭੁੱਖ ਹੜਤਾਲ ਦੇ ਵਿੱਚ ਇੱਕ ਮੁੱਖ ਮੰਤਰੀ ਵੀ ਸ਼ਾਮਲ ਹੋਣ ਦੀਆਂ ਗੱਲਾਂ ਕਰ ਰਹੇ ਨੇ। ਕਿਹੜੇ ਮੁੱਖ ਮੰਤਰੀ ਨੇ ਉਸ ਦੇ ਉੱਤੇ ਵੀ ਚਰਚਾ ਕਰਾਂਗੇ ਤੇ ਨਾਲ ਹੀ ਇੱਕ भाजपा की सांसद बीबी है, उन्हें अंदोलन ਨੂੰ ਲੈ ਕੇ ਕਾਫੀ ਵਿਵਾਦਤ ਟਿੱਪਣੀ ਕੀਤੀ ਹੈ। ਉਸ ਤੇ ਵੀ ਇਸ ਪ੍ਰੋਗਰਾਮ ਦੇ ਵਿੱਚ ਚਰਚਾ ਕਰਾਂਗੇ। ਸਭ ਤੋਂ ਪਹਿਲਾਂ ਡੱਲਾ ਜੀ ਦਾ ਸਵਾਗਤ ਕਰਦੇ ਹਾਂ, ਫਿਰ ਖਬਰਾਂ ਦੇ ਵੱਲ ਵਧਾਂਗੇ। ਡੱਲਾ ਜੀ ਸਵਾਗਤ ਹੈ ਜੀ। ਬਹੁਤ ਧੰਨਵਾਦ ਜੀ, ਸਾਰਿਆਂ ਦੀ ਬਹੁਤ ਬਹੁਤ। ਗਗਨ ਜੀ ਤੁਹਾਡਾ। ਡੱਲਾ ਜੀ, ਅੱਜ ਦਾ ਦਿਨ ਅੰਦੋਲਨ ਦੇ ਲਈ ਖਾਸ ਮੰਨਿਆ ਜਾ ਰਿਹਾ ਕਿਉਂਕਿ ਅੱਜ 14 ਦਸੰਬਰ ਹੈ ਤੇ ਕਿਸਾਨਾਂ ਦੇ ਵੱਲੋਂ ਸੰਕੇਤਕ ਇੱਕ ਦਿਨ ਦੀ ਭੁੱਖ ਹੜਤਾਲ ਅੱਜ ਕੀਤੀ ਜਾਣੀ ਹੈ। ਕਿਸ ਤਰ੍ਹਾਂ ਵੇਖ ਰਹੇ ਹੋ ਅੱਜ ਦੇ ਦਿਨ ਨੂੰ? ਦੇਖੋ, ਦਿਨ ਅੱਜ ਦਾ ਵੀ ਬਹੁਤ ਵੱਡਾ ਹੈ ਜੀ ਔਰ ਨਵੇਂ ਹਫਤੇ ਦੀ ਸ਼ੁਰੂਆਤ ਹੈ। ਅੱਜ ਸੋਮਵਾਰ ਹੋ ਗਈ ਹੈ ਜੀ ਔਰ ਇੱਕ ਦਿਨ ਦੀ ਅੱਜ ਹੜਤਾਲ ਵੀ, ਭੁੱਖ ਹੜਤਾਲ ਵੀ ਕਿਸਾਨਾਂ ਨੇ ਰੱਖਣੀ ਹੈ। ਸਪਸ਼ਟ ਸੰਕੇਤ ਹੈ ਪੂਰੇ ਦੇਸ਼ ਦੇ ਵਿੱਚ ਜਿਹੜੇ ਡਿਪਟੀ ਕਮਿਸ਼ਨਰਾਂ ਦੇ ਦਫ਼ਤਰ ਨੇ ਉਹਨਾਂ ਦੇ ਬਾਹਰ ਧਰਨੇ ਪ੍ਰਦਰਸ਼ਨ ਕੀਤੇ ਜਾਣੇ ਨੇ ਔਰ ਡਿਪਟੀ ਕਮਿਸ਼ਨਰਾਂ ਨੂੰ ਮੰਗ ਪੱਤਰ ਸੌਂਪੇ ਜਾਣੇ ਨੇ। ਸਾਫ਼ ਤੌਰ ਤੇ ਕਿਸਾਨਾਂ ਦੀ ਕੋਸ਼ਿਸ਼ ਇਹ ਹੈ ਕਿ ਅਸੀਂ ਸ਼ਾਂਤੀਪੂਰਵਕ ਤਰੀਕੇ ਦੇ ਨਾਲ ਆਪਣੇ ਅੰਦੋਲਨ ਨੂੰ ਅੱਗੇ ਵਧਾਈਏ। ਜ਼ਿਆਦਾ ਤੋਂ ਜ਼ਿਆਦਾ ਜਨ ਸਮਰਥਨ ਹੈ ਜਿਹੜਾ ਉਹ ਕਿਸਾਨਾਂ ਨੂੰ ਮਿਲ ਸਕੇ। ਹਾਲਾਂਕਿ ਬਹੁਤ ਵੱਡੀ ਗਿਣਤੀ 'ਚ ਜਿਹੜੇ ਜਾਗਰੂਕ ਲੋਕ ਨੇ ਉਹ ਵੀ ਕਿਸਾਨਾਂ ਦੇ ਇਸ ਅੰਦੋਲਨ ਦੀ ਹਮਾਇਤ ਕਰ ਰਹੇ ਨੇ। ਬੁੱਧੀਜੀਵੀ ਲੋਕ, ਇੰਜੀਨੀਅਰ, ਡਾਕਟਰ, ਨੌਕਰੀ ਪੇਸ਼ਾ ਲੋਕ, ਦੁਕਾਨਦਾਰ ਲੋਕ ਔਰ ਸਹਾਇਕ ਕੰਮ ਕਰਨ ਵਾਲੇ ਲੋਕ ਨੇ, ਜਿਹੜੇ ਦੁਕਾਨਦਾਰ ਲੋਕ ਨੇ, ਜਿਹੜੇ ਉਹ ਸਾਰੇ ਹੀ ਕਿਸਾਨ ਅੰਦੋਲਨ ਦਾ ਸਮਰਥਨ ਕਰ ਰਹੇ ਨੇ। ਸਿੱਧੇ ਤੌਰ ਤੇ ਵੱਡੀ ਗਿਣਤੀ 'ਚ ਜਿਹੜੇ ਲੋਕ ਨੇ ਉਹ ਕਿਸਾਨ ਅੰਦੋਲਨ ਦਾ ਸਮਰਥਨ ਇਸ ਕਰਕੇ ਵੀ ਕਰ ਰਹੇ ਨੇ ਕਿ ਕਿਸਾਨਾਂ ਦੀਆਂ ਬਹੁਤੀਆਂ ਜਿਹੜੀਆਂ ਮੰਗਾਂ ਨੇ ਉਹ ਲੰਮੇ ਸਮੇਂ ਤੋਂ ਲਟਕੀਆਂ ਹੋਈਆਂ ਨੇ ਔਰ ਪਿਛਲੇ ਸਮੇਂ ਤੋਂ ਲੈ ਕੇ ਹੁਣ ਤੱਕ ਦੀਆਂ ਸਰਕਾਰਾਂ ਨੇ ਕਦੀ ਵੀ ਮੁਕੰਮਲ ਤੌਰ ਤੇ ਕਿਸਾਨਾਂ ਦੀਆਂ ਮੰਗਾਂ ਨਹੀਂ ਮੰਨੀਆਂ ਜੀ। ਔਰ ਹਾਲ ਦੇ ਵਿੱਚ ਵੀ ਜਿਹੜੇ ਨਵੇਂ ਖੇਤੀ ਕਾਨੂੰਨ ਲਾਏ ਗਏ ਨੇ, ਕਿਸਾਨਾਂ ਨੂੰ ਭਰੋਸਾ ਨਹੀਂ ਹੈ ਕਿ ਇਹ ਖੇਤੀ ਕਾਨੂੰਨ ਫਾਇਦੇਮੰਦ ਸਾਬਤ ਹੋਣਗੇ ਕਿਉਂਕਿ ਇਹਨਾਂ ਕਾਨੂੰਨਾਂ ਦਾ ਉਦੇਸ਼ ਹਜੇ ਤੱਕ ਸਪਸ਼ਟ ਨਹੀਂ ਹੋ ਸਕਿਆ। ਇਸੇ ਕਰਕੇ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਸਰਕਾਰ ਹੈ ਉਹ ਬਾਰ-ਬਾਰ ਉਹ ਇਹ ਕਹਿ ਰਹੀ ਹੈ ਕਿ ਕਿਸਾਨਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ। ਅਸਲ 'ਚ ਜਿਹੜੀ ਸਾਡੀ ਸਰਕਾਰ ਹੈ ਉਹ ਵੀ ਇਹਨਾਂ ਕਾਨੂੰਨਾਂ ਦੇ ਅਸਲ ਮਕਸਦ ਔਰ ਫਾਇਦਿਆਂ ਨੂੰ ਸਮਝਾ ਨਹੀਂ ਸਕੀ ਔਰ ਕਿਸਾਨਾਂ ਨੇ ਕਾਨੂੰਨਾਂ ਦੀਆਂ ਕਮੀਆਂ ਕੱਢ ਕੇ ਅੰਦੋਲਨ ਆਪਣਾ ਸ਼ੁਰੂ ਕਰਤਾ। ਹੁਣ ਸਰਕਾਰ ਇਹ ਚਾਹੁੰਦੀ ਹੈ ਕਿ ਕਿਸਾਨ ਅੰਦੋਲਨ ਨਾ ਕਰਨ, ਕਾਨੂੰਨ ਸਹੀ ਨੇ, ਅਸੀਂ ਤੁਹਾਨੂੰ ਸਮਝਾਵਾਂਗੇ, ਤੁਹਾਨੂੰ ਵਿਰੋਧੀ ਪਾਰਟੀਆਂ ਗੁੰਮਰਾਹ ਕਰ ਰਹੀਆਂ ਨੇ। ਅਸਲ 'ਚ ਕਮੀ ਸਰਕਾਰੀ ਧਿਰ ਦੀ ਸਭ ਤੋਂ ਪਹਿਲਾਂ ਰਹੀ ਹੈ। ਜਦੋਂ ਤੁਸੀਂ ਆਰਡੀਨੈਂਸ ਲੈ ਕੇ ਆਏ ਹੋ ਉਸ ਤੋਂ ਬਾਅਦ ਤੁਸੀਂ 6 ਮਹੀਨਿਆਂ ਦੇ ਵਿੱਚ ਪਾਰਲੀਮੈਂਟ 'ਚ ਕਾਨੂੰਨ ਬਣਾਤਾ। ਉਸ ਤੋਂ ਪਹਿਲਾਂ ਜੀ ਬਹੁਤ ਵਿਸਥਾਰ ਦੇ ਵਿੱਚ ਗੱਲਬਾਤ ਹੋਣੀ ਚਾਹੀਦੀ ਸੀ। ਠੀਕ ਹੈ, ਅਟਲ ਬਿਹਾਰੀ ਵਾਜਪਾਈ ਦੇ ਸਮੇਂ ਸੁਧਾਰ ਸ਼ੁਰੂ ਹੋਏ ਸੀ, ਮਨਮੋਹਨ ਸਿੰਘ ਦੇ ਵੇਲੇ ਸੁਧਾਰ ਜਾਰੀ ਰਹੇ, ਨਰਸਿਮਹਾ ਰਾਓ ਵੇਲੇ ਹੋਏ, ਅਟਲ ਬਿਹਾਰੀ ਵਾਜਪਾਈ ਵੇਲੇ ਵੀ ਹੋਏ ਔਰ ਨਰਿੰਦਰ ਮੋਦੀ ਦੇ ਪਹਿਲੇ ਕਾਰਜਕਾਲ ਦੇ ਦੌਰਾਨ ਵੀ ਕੁਝ ਸੁਧਾਰ ਹੋਏ। ਪਰ ਸਮੂਹਿਕ ਚਰਚਾ, ਖੁੱਲ੍ਹੀ ਦੇਸ਼ 'ਚ ਚਰਚਾ ਹੋਣ ਤੋਂ ਬਾਅਦ ਹੀ ਖੇਤੀ ਬਾਰੇ ਜਿਹੜੇ ਅਜਿਹੇ ਕਾਨੂੰਨ ਨੇ ਉਹ ਬਣ ਕੇ ਲਾਗੂ ਹੋਣੇ ਚਾਹੀਦੇ ਨੇ ਤਾਂ ਕਿ ਘੱਟੋ ਘੱਟ ਪੰਜਾਬ ਤੇ ਹਰਿਆਣਾ ਦੇ ਕਿਸਾਨ, ਦੇਖੋ ਜਦੋਂ ਮੁਲਕ ਦੇ ਵਿੱਚ ਕੋਈ ਵੀ ਗੱਲ ਆਉਂਦੀ ਹੈ, ਜਦੋਂ ਖੇਡਾਂ ਦੀ ਗੱਲ ਆਉਂਦੀ ਹੈ ਤੇ ਹਰਿਆਣੇ ਦਾ ਨਾਂ ਅੱਗੇ ਆ ਜਾਂਦਾ ਹੈ, ਜਦੋਂ ਕ੍ਰਿਕਟ ਦੀ ਗੱਲ ਆਉਂਦੀ ਹੈ ਮੁੰਬਈ ਦਾ ਨਾਂ ਅੱਗੇ ਹੋ ਜਾਂਦਾ ਹੈ, ਜਦੋਂ ਨਰਿੰਦਰ ਮੋਦੀ ਦੇ ਮਾਡਲ ਦੀ ਗੱਲ ਆਉਂਦੀ ਹੈ ਤੇ ਗੁਜਰਾਤ ਦਾ ਨਾਂ ਅੱਗੇ ਆ ਜਾਂਦਾ ਹੈ, ਜਦੋਂ ਅਰਵਿੰਦ ਕੇਜਰੀਵਾਲ ਦੇ ਮਾਡਲ ਦੀ ਗੱਲ ਆਉਂਦੀ ਹੈ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਨਾਮ ਆ ਜਾਂਦਾ ਹੈ, ਜਦੋਂ ਦਿੱਲੀ ਮਾਡਲ ਦੀ ਗੱਲ ਹੁੰਦੀ ਹੈ ਅਰਵਿੰਦ ਕੇਜਰੀਵਾਲ ਦਾ ਨਾਮ ਆ ਜਾਂਦਾ ਹੈ, ਜਦੋਂ ਕਰਪਸ਼ਨ ਦੇ ਖਿਲਾਫ ਅੰਦੋਲਨ ਦੀ ਗੱਲ ਹੁੰਦੀ ਹੈ ਤੇ ਅੰਨਾ ਹਜ਼ਾਰੇ ਉਹਨਾਂ ਦਾ ਨਾਮ ਅੱਗੇ ਆ ਜਾਂਦਾ ਹੈ। ਸੋ ਸਮੇਂ-ਸਮੇਂ ਤੇ ਅਜਿਹਾ ਕੁਝ ਹੋਇਆ ਸਾਡੇ ਮੁਲਕ ਦੇ ਵਿੱਚ। ਜਦੋਂ ਆਪਰੇਸ਼ਨ ਬਲੂ ਸਟਾਰ ਦੀ ਗੱਲ ਹੁੰਦੀ ਹੈ ਤੇ ਕਾਂਗਰਸ ਦਾ, ਇੰਦਰਾ ਗਾਂਧੀ ਦਾ ਦੌਰ ਯਾਦ ਆ ਜਾਂਦਾ ਹੈ। ਜਦੋਂ 84 ਦੀ ਗੱਲ ਹੁੰਦੀ ਹੈ ਤੇ ਉਦੋਂ ਕਈ ਕਾਂਗਰਸੀ ਲੀਡਰ ਨੇ, ਇੱਕ ਅੱਧਾ ਤਾਂ ਜੇਲ੍ਹ ਦੇ ਵਿੱਚ ਵੀ ਹੈ ਹਜੇ, ਉਹਨਾਂ ਦਾ ਨਾਂ ਅੱਗੇ ਆ ਜਾਂਦਾ ਹੈ। ਸੋ ਇਸੇ ਤਰ੍ਹਾਂ ਮੁਲਕ 'ਚ ਜਦੋਂ ਖੇਤੀਬਾੜੀ ਦੀ ਗੱਲ ਹੁੰਦੀ ਹੈ ਤਾਂ ਸੁਭਾਵਿਕ ਤੌਰ ਤੇ ਪੰਜਾਬ ਦਾ ਨਾਮ ਸਭ ਤੋਂ ਪਹਿਲਾਂ ਆਉਂਦਾ ਹੈ। ਔਰ ਕਈ ਲੋਕ, ਮੈਂ ਬੀਜੇਪੀ ਦੇ ਲੀਡਰ, ਮੰਤਰੀ ਬੜੇ ਤਰਕਹੀਣ ਬਿਆਨ ਦਿੰਦੇ ਨੇ ਕਿ ਇਕੱਲੇ ਪੰਜਾਬ ਦੇ ਕਿਸਾਨ ਵਿਰੋਧ ਕਰ ਰਹੇ ਨੇ, ਦੇਸ਼ ਦੇ ਬਾਕੀ ਕਿਸਾਨ ਵਿਰੋਧ ਨਹੀਂ ਕਰ ਰਹੇ। ਅਸਲ 'ਚ ਪੰਜਾਬ ਦੇ ਕਿਸਾਨਾਂ ਦਾ ਵਿਰੋਧ ਕਰਨਾ ਹੀ ਇਸ ਗੱਲ ਵੱਲ ਸੰਕੇਤ ਹੈ ਕਿ ਕਾਨੂੰਨ 'ਚ ਖਾਮੀਆਂ ਨੇ ਕਿਉਂਕਿ ਖੇਤੀਬਾੜੀ ਦਾ ਮਤਲਬ ਹੀ ਪੰਜਾਬ ਦੀ ਕਿਸਾਨੀ ਹੈ। ਜਿਵੇਂ ਮੈਂ ਪਹਿਲਾਂ ਉਦਾਹਰਨਾਂ ਦਿੱਤੀਆਂ ਨੇ, ਹੈ ਜੀ, ਜਦੋਂ ਦੇਸ਼ 'ਚ ਅਸੀਂ ਆਰਥਿਕ ਰਾਜਧਾਨੀ ਦੀ ਗੱਲ ਕਰਦੇ ਹਾਂ ਤੇ ਮੁੰਬਈ ਦੀ ਗੱਲ ਆ ਜਾਂਦੀ ਹੈ, ਜਦੋਂ ਸੋਹਣੇ ਸ਼ਹਿਰਾਂ ਦੀ ਗੱਲ ਕਰਦੇ ਹਾਂ ਤੇ ਚੰਡੀਗੜ੍ਹ ਦਾ ਨਾਮ ਆ ਜਾਂਦਾ ਹੈ, ਜਦੋਂ ਅਸੀਂ ਬਾਲੀਵੁੱਡ ਦੀ ਗੱਲ ਕਰਦੇ ਹਾਂ ਤੇ ਮੁੰਬਈ ਦਾ ਨਾਮ ਆ ਜਾਂਦਾ, ਹੈਦਰਾਬਾਦ ਦਾ ਵੀ ਨਾਮ ਆ ਜਾਂਦਾ। ਸੋ ਜਦੋਂ ਪਿਆਜ਼ਾਂ ਦੀ ਗੱਲ ਕਰਦੇ ਹਾਂ ਤਾਂ ਨਾਸਿਕ ਦਾ ਨਾਮ ਆ ਜਾਂਦਾ ਹੈ ਜੀ, ਜਦੋਂ ਸੇਬ ਦੀ ਗੱਲ ਕਰਦੇ ਹਾਂ ਹਿਮਾਚਲ ਪ੍ਰਦੇਸ਼ ਦਾ ਨਾਮ ਆ ਜਾਂਦਾ। ਇਸੇ ਤਰ੍ਹਾਂ ਜਦੋਂ ਕਣਕ ਝੋਨੇ ਦੀ ਗੱਲ ਹੋਣੀ ਹੈ ਤੇ ਪੰਜਾਬ ਤੇ ਹਰਿਆਣੇ ਦਾ ਨਾਮ ਆਉਣਾ ਹੀ ਆਉਣਾ ਹੈ।
ਇਸੇ ਕਰਕੇ ਪੰਜਾਬ ਤੇ ਹਰਿਆਣਾ ਦੇ ਜਿਹੜੇ ਕਿਸਾਨ ਨੇ ਉਹ ਅੰਦੋਲਨ ਕਰ ਰਹੇ ਨੇ। ਇਹ ਗੱਲ ਸਮਝਣੀ ਪੈਣੀ ਹੈ ਕੇਂਦਰ ਦੀਆਂ ਸਰਕਾਰਾਂ ਨੂੰ ਜੀ। ਸੋ ਉਂਝ ਜਦੋਂ ਇਹ ਭਾਜਪਾ ਦੀ ਗੱਲ ਕਰਦੇ ਨੇ ਤੇ ਭਾਜਪਾ ਦਾ ਮਤਲਬ ਤਾਂ ਨਰਿੰਦਰ ਮੋਦੀ ਹੈ ਜੀ। ਸੱਤਾ 'ਚ ਲੈ ਗਿਆ ਭਾਰਤੀ ਜਨਤਾ ਪਾਰਟੀ ਨੂੰ। ਇਸ ਕਰਕੇ ਜਦੋਂ ਖੇਤੀਬਾੜੀ ਦੀ ਗੱਲ ਹੋਣੀ ਹੈ, ਕਾਨੂੰਨਾਂ ਦੇ ਵਿਰੋਧ ਦੀ ਗੱਲ ਹੋਣੀ ਹੈ, ਤੇ ਉਹ ਪੰਜਾਬ ਤੋਂ ਹੀ ਸ਼ੁਰੂ ਹੋਣੀ ਹੈ, ਕਿਉਂਕਿ ਪੰਜਾਬ ਦੇ ਕਿਸਾਨ ਪੂਰੇ ਮੁਲਕ ਨੂੰ ਖੇਤੀਬਾੜੀ ਦੇ ਵਿੱਚ ਅਗਵਾਈ ਦਿੰਦੇ ਨੇ। ਇਸ ਕਰਕੇ ਬੀਜੇਪੀ ਦੇ ਉਹ ਮੰਤਰੀ, ਬੀਜੇਪੀ ਦੇ ਉਹ ਕਾਰਕੁਨ ਜਿਹੜੇ ਇਹ ਤਰਕ ਦਿੰਦੇ ਨੇ ਕਿ ਇਕੱਲੇ ਪੰਜਾਬ ਦੇ ਕਿਸਾਨ ਹੀ ਵਿਰੋਧ ਕਰ ਰਹੇ ਨੇ। ਸੋ ਖੇਤੀ ਦਾ ਮਤਲਬ ਹੀ ਪੰਜਾਬ ਹੁੰਦਾ ਹੈ। ਅਗਰ ਤੁਹਾਨੂੰ ਇਸ ਬਾਰੇ ਨਹੀਂ ਜਾਣਕਾਰੀ, ਮੈਂ ਅੱਗੇ ਵੀ ਕਹਿਣਾ ਹੁੰਦਾ, ਕਿਸੇ ਸਿਆਣੇ ਅਧਿਆਪਕ ਕੋਲੇ ਟਿਊਸ਼ਨ ਜ਼ਰੂਰ ਰੱਖੋ ਤਾਂ ਕਿ ਤੁਹਾਨੂੰ ਦੇਸ਼ ਦੇ ਵਿੱਚ ਅਜਿਹੀਆਂ ਉਦਾਹਰਨਾਂ ਨੂੰ ਸਮਝਣ ਦੀ ਜ਼ਿਆਦਾ ਤਾਕਤ ਮਿਲੇ ਔਰ ਤੁਸੀਂ ਬੜੀ ਆਸਾਨੀ ਦੇ ਨਾਲ ਅਜਿਹੀਆਂ ਉਦਾਹਰਨਾਂ ਨੂੰ ਸਮਝ ਸਕੋ। ਜਦੋਂ ਹਾਕੀ ਦੀ ਗੱਲ ਹੁੰਦੀ ਹੈ ਉਦੋਂ ਵੀ ਪੰਜਾਬ ਦੀ ਗੱਲ ਹੁੰਦੀ ਸੀ, ਹੈ ਜੀ, ਬਿਲਕੁਲ। ਸੋ ਜਦੋਂ ਫੌਜ ਦੀ ਗੱਲ ਹੁੰਦੀ ਹੈ ਤੇ ਉਦੋਂ ਵੀ ਪੰਜਾਬੀਆਂ ਦੀ ਗੱਲ ਸਭ ਤੋਂ ਮੂਹਰੇ ਹੁੰਦੀ ਹੈ। ਜਦੋਂ ਦੇਸ਼ ਦੀ ਆਜ਼ਾਦੀ ਦੀ ਗੱਲ ਹੁੰਦੀ ਹੈ ਤੇ ਵੀ ਪੰਜਾਬ ਦੀ ਤੇ ਬੰਗਾਲ ਦੀ ਗੱਲ ਸਭ ਤੋਂ ਅੱਗੇ ਹੁੰਦੀ ਹੈ ਜੀ, ਹੈ ਜੀ, ਬਿਲਕੁਲ। ਜਦੋਂ ਆਜ਼ਾਦੀ ਦਿਵਾਉਣ ਵੇਲੇ ਦੇ ਲੀਡਰਾਂ ਦੀ ਗੱਲ ਹੁੰਦੀ ਹੈ ਤੇ ਮਹਾਤਮਾ ਗਾਂਧੀ ਦੀ ਗੱਲ ਅੱਗੇ ਹੁੰਦੀ ਹੈ, ਤੇ ਜਦੋਂ ਆਜ਼ਾਦੀ ਦੀ ਲਹਿਰ ਨੂੰ ਮਜ਼ਬੂਤੀ ਦੀ ਗੱਲ ਹੁੰਦੀ ਹੈ ਤੇ ਭਗਤ ਸਿੰਘ, ਕਰਤਾਰ ਸਿੰਘ ਸਰਾਭਾ ਤੇ ਉਦਮ ਸਿੰਘ ਤੇ ਆਪਣੇ ਮੁੰਬਈ ਵਾਲੇ ਜਿਹੜੇ ਸ਼ਹੀਦ ਸਾਡੇ ਸੁਖਦੇਵ ਥਾਪਰ ਸੀ ਉਹਨਾਂ ਦੀ ਗੱਲ ਹੁੰਦੀ ਹੈ ਜੀ। ਸੋ ਇਸ ਕਰਕੇ ਇਹ ਉਦਾਹਰਨਾਂ ਨੇ। ਜਦੋਂ ਮੁਲਕ ਦੇ ਵਿੱਚ ਖੇਤੀਬਾੜੀ ਦੀ ਗੱਲ ਹੋਣੀ ਹੈ ਤੇ ਪੰਜਾਬ ਤੇ ਹਰਿਆਣਾ ਚੋਂ ਹੀ ਲਹਿਰ ਤੁਰਨੀ ਹੈ। ਇਹ ਸਮਝਣ ਦੀ ਲੋੜ ਹੈ ਦੇਸ਼ ਭਰ ਦੇ ਉਹਨਾਂ ਲੀਡਰਾਂ ਨੂੰ ਜਿਹੜੇ ਇਹ ਕਹਿੰਦੇ ਨੇ ਕਿ ਇਕੱਲੇ ਪੰਜਾਬ ਦੇ ਕਿਸਾਨ ਹੀ ਵਿਰੋਧ ਕਰ ਰਹੇ ਨੇ ਜੀ, ਹੈ ਜੀ। ਸੋ ਇਸ ਕਰਕੇ ਜਦੋਂ ਦੁੱਧ ਦੀ ਗੱਲ ਹੋਣੀ ਹੈ ਤਾਂ ਵੀ ਪੰਜਾਬ ਦੀ ਗੱਲ ਹੋਣੀ ਹੈ, ਜਦੋਂ ਪਾਣੀਆਂ ਦੀ ਗੱਲ ਹੋਣੀ ਹੈ ਤਾਂ ਵੀ ਪੰਜਾਬ ਦੀ ਗੱਲ ਹੋਣੀ ਹੈ ਜੀ। ਸੋ ਇਹ ਸਮਝਣਾ ਬੜਾ ਜ਼ਰੂਰੀ ਹੈ ਸਾਡੇ ਸਾਰਿਆਂ ਦੇ ਲਈ ਜੀ। ਤੇ ਡੱਲਾ ਜੀ, ਇਸ ਦੇ ਨਾਲ ਹੀ ਭਾਜਪਾ ਦੇ ਆਗੂ ਹਾਲਾਂਕਿ ਉਹਨਾਂ ਦੇ ਕੋਲ ਗਏ ਕਿਸਾਨਾਂ ਨੂੰ ਤਾਂ ਮੈਨੂੰ ਲੱਗਦਾ ਕਿ ਖੇਤੀ ਕਾਨੂੰਨ ਸਮਝਾ ਨਹੀਂ ਸਕੇ, ਤੇ ਹੁਣ ਪੰਜਾਬ ਦੇ ਵਿੱਚ ਕਹਿੰਦੇ ਅਸੀਂ ਪ੍ਰੈਸ ਕਾਨਫਰੰਸਾਂ ਕਰਨੀਆਂ ਨੇ, 33 ਵਰਗਾਂ ਦੇ ਵਿੱਚ ਪ੍ਰੈਸ ਕਾਨਫਰੰਸਾਂ ਹੋਣਗੀਆਂ ਵੱਖ-ਵੱਖ ਜਗ੍ਹਾ ਤੇ ਪੰਜਾਬ ਤੇ ਲੋਕਾਂ ਨੂੰ ਖੇਤੀ ਕਾਨੂੰਨ ਦੇ ਫਾਇਦੇ ਸਮਝਾਵਾਂਗੇ। ਇਹੀ ਗੱਲ ਉਦਾਹਰਣ ਮੈਂ ਪਹਿਲਾਂ ਤੁਹਾਨੂੰ ਦਿੱਤੀ। ਹੁਣ ਇਹਨਾਂ ਨੇ ਪੰਜਾਬ ਕਿਉਂ ਚੁਣਿਆ ਜੀ। ਬੀਜੇਪੀ ਵਾਲੇ ਨੂੰ ਇਹ ਲੱਗਦਾ ਕਿ ਪੂਰੇ ਦੇਸ਼ ਦੇ ਕਿਸਾਨ ਤਾਂ ਬੋਲ ਨਹੀਂ ਰਹੇ, ਪੰਜਾਬ ਦੇ ਕਿਸਾਨ ਬੋਲ ਰਹੇ ਨੇ, ਇਸ ਕਰਕੇ ਅਸੀਂ ਪੰਜਾਬ ਦੇ ਕਿਸਾਨਾਂ ਨੂੰ ਸਮਝਾਵਾਂਗੇ। ਅਸਲ 'ਚ ਬੀਜੇਪੀ ਨੂੰ ਪੰਜਾਬ ਦੇ ਕਿਸਾਨਾਂ ਤੋਂ ਸਮਝਣਾ ਚਾਹੀਦਾ ਹੈ। ਜਿਹੜੀਆਂ ਪੰਜਾਬ ਦੇ ਕਿਸਾਨਾਂ ਨੇ ਸੋਧਾਂ ਦਿੱਤੀਆਂ ਸੀ, ਬੀਜੇਪੀ ਅਖਬਾਰਾਂ 'ਚ ਇਸ਼ਤਿਹਾਰ ਛਾਪ ਰਹੀ ਹੈ। ਸਰਕਾਰ ਅਖਬਾਰਾਂ 'ਚ ਇਸ਼ਤਿਹਾਰ ਕਿਉਂ ਛਾਪ ਰਹੀ ਹੈ? ਇਹਦਾ ਮਤਲਬ ਹੈ ਕਿ ਸਰਕਾਰ ਮੰਨ ਗਈ ਕਿ ਇਹ ਸੋਧਾਂ ਜ਼ਰੂਰੀ ਨੇ ਜੀ। ਇਹਦਾ ਮਤਲਬ ਹੈ ਕਿਸਾਨਾਂ ਦੀਆਂ ਬਹੁਤੀਆਂ ਗੱਲਾਂ ਸਹੀ ਨੇ। ਅਗਰ ਕਿਸਾਨਾਂ ਦੀਆਂ ਬਹੁਤੀਆਂ ਗੱਲਾਂ ਸਹੀ ਨੇ, ਹੈ ਜੀ, ਤੇ ਸੜਕ ਨਵੀਂ ਬਣਾ ਦਿਓ, ਕਾਨੂੰਨ ਨਵੇਂ ਬਣਾ ਦਿਓ। ਜਦੋਂ ਸੜਕ 'ਚ ਥਾਂ ਟੋਏ ਪੈ ਜਾਂਦੇ ਆ ਤੇ ਆਪਾਂ ਸੜਕ ਨਵੀਂ ਬਣਾਉਣੀ ਆ ਨਾ ਜੀ। ਆਪਾਂ ਉੱਥੇ ਨਹਿਰ ਤਾਂ ਨਹੀਂ ਬਣਾ ਦਿੰਦੇ ਕਦੇ ਵੀ ਸੜਕ 'ਚ ਟੋਏ ਬਹੁਤ ਪੈ ਗਏ ਜੀ, ਚਲੋ ਇੱਥੇ ਆਪਾਂ ਕੋਈ ਨਹਿਰ ਹੀ ਬਣਾ ਦਈਏ, ਬ੍ਰਾਂਚ ਨਹਿਰ ਹੀ ਬਣਾ ਦਈਏ ਛੋਟੀ ਜੀ। ਆਪਾਂ ਸੜਕ ਦੁਬਾਰਾ ਬਣਾਉਣੀ ਆ ਨਾ। ਹੁਣ ਕਾਨੂੰਨਾਂ 'ਚ ਖਾਮੀਆਂ ਇੰਨੀਆਂ ਨੇ, ਇਸ ਕਰਕੇ ਕਾਨੂੰਨ ਰੱਦ ਕਰਕੇ ਨਵੇਂ ਬਣਾਓ। ਸੜਕ ਤੇ ਤਾਂ ਕਈ ਵਾਰੀ ਪੈਚ ਵੀ ਲੱਗ ਜਾਂਦੇ ਆ, ਜਿਵੇਂ ਕਾਂਗਰਸੀ ਆਗੂ ਚਰਨਜੀਤ ਚੰਨੀ ਉਹਨਾਂ ਨੇ ਕਿਹਾ ਸੀ ਵੀ ਸਾਡੀ ਸਰਕਾਰ ਨੇ ਬਹੁਤ ਪੈਚ ਲਾਏ। ਸੋ ਸੜਕ ਨੂੰ ਪੈਚ ਲੱਗ ਜਾਂਦੇ ਨੇ, ਕਾਨੂੰਨਾਂ ਨੂੰ ਪੈਚ ਨਹੀਂ ਲੱਗਦੇ। ਬੀਜੇਪੀ ਕਾਨੂੰਨਾਂ ਨੂੰ ਪੈਚ ਲਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਸੋ ਇਹਨਾਂ ਚੀਜ਼ਾਂ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਸੋ ਬੜਾ ਚੰਗਾ ਹੋਵੇ ਪੰਜਾਬ ਤੇ ਹਰਿਆਣੇ ਦੀ ਖੇਤੀ ਲਈ, ਰਾਜਸਥਾਨ ਲਈ, ਮੱਧ ਪ੍ਰਦੇਸ਼, ਯੂਪੀ ਦੀ ਖੇਤੀ ਲਈ ਅਗਰ ਇੱਕ ਵਾਰ ਕਾਨੂੰਨ ਰੱਦ ਹੋ ਜਾਣ, ਨਵੇਂ ਸਿਰੇ ਤੋਂ ਕਾਨੂੰਨ ਬਣਾ ਲਓ। ਮੈਂ ਬਾਰ-ਬਾਰ ਕਹਿ ਰਿਹਾ 2 ਮਹੀਨਿਆਂ ਤੋਂ, ਸਿਆਸੀ ਜ਼ਿੱਦ ਚੰਗੀ ਨਹੀਂ ਹੁੰਦੀ। ਸਰਕਾਰਾਂ ਲਚਕਦਾਰ ਹੋਣੀਆਂ ਚਾਹੀਦੀਆਂ ਨੇ। ਜ਼ਿੱਦ ਬੱਚੇ ਕਰਿਆ ਕਰਦੇ ਨੇ ਛੋਟੇ ਜੀ, ਬਿਲਕੁਲ। ਤੇ ਇਸ ਦੇ ਨਾਲ ਹੀ ਡੱਲਾ ਜੀ, ਜਿਸ ਤਰ੍ਹਾਂ ਕਿਸਾਨ ਜਥੇਬੰਦੀਆਂ ਨੇ ਅੱਜ ਦੇ ਦਿਨ ਦੇ ਐਲਾਨ ਕੀਤਾ ਕਿ ਭੁੱਖ ਹੜਤਾਲ ਸੰਕੇਤਕ ਕਰਨੀ ਹੈ, ਤੇ ਉਹਦੇ ਵਿੱਚ ਕਹਿੰਦੇ ਮੁੱਖ ਮੰਤਰੀ ਜਿਹੜੇ ਨੇ ਦਿੱਲੀ ਦੇ, ਉਹ ਕਹਿੰਦੇ ਕਿ ਅਸੀਂ ਵੀ ਹੁਣ 1 ਦਿਨ ਦਾ ਜਿਹੜੀ ਭੁੱਖ ਹੜਤਾਲ ਕਿਸਾਨਾਂ ਦੇ ਨਾਲ ਕਰਾਂਗੇ। ਹਾਲਾਂਕਿ ਕੈਪਟਨ ਅਮਰਿੰਦਰ ਸਿੰਘ ਦਾ ਬਿਆਨ ਹੈ ਇਹਦੇ ਤੇ, ਉਹ ਕਹਿੰਦੇ ਕਿ ਇਹ ਡਰਾਮਾ ਸ਼ੁਰੂ ਕਰ ਦਿੱਤਾ ਇਹਨਾਂ ਨੇ। ਨਹੀਂ, ਦੇਖੋ ਮੈਂ ਇਹ ਕਹੂੰਗਾ ਕਿ ਕਿਸਾਨ ਅੰਦੋਲਨ ਪੂਰੇ ਸਿਖਰਾਂ ਤੇ ਹੈ, ਬੜਾ ਆਰਗੇਨਾਈਜ਼ਡ ਅੰਦੋਲਨ ਹੈ ਜੀ। ਪੋਲੀਟੀਕਲ ਪਾਰਟੀਆਂ ਨੂੰ ਦੂਰ ਰਹਿਣਾ ਚਾਹੀਦਾ ਹੈ ਇਸ ਅੰਦੋਲਨ ਤੋਂ। ਜਾਂ ਤਾਂ ਪੋਲੀਟੀਕਲ ਪਾਰਟੀਆਂ ਆਪਣੀ ਤਾਕਤ ਦਾ ਪਰੀਖਣ ਉਸ ਵੇਲੇ ਦਿੰਦੀਆਂ ਜਦੋਂ ਕਿਸਾਨ ਅੰਦੋਲਨ ਨਹੀਂ ਸੀ ਕਰ ਰਹੇ, ਹੈ ਜੀ। ਹੁਣ ਕਾਂਗਰਸ ਵਾਲੇ ਵੀ ਧਰਨੇ ਤੇ ਬੈਠੇ ਆ। ਮੈਂ ਅੱਜ ਬਿਆਨ ਸੁਣ ਰਿਹਾ ਸੀ ਜਾਖੜ ਸਾਹਿਬ ਦਾ ਵੀ, ਕਹਿੰਦੇ ਠੰਡ 'ਚ ਸਾਡੇ ਐਮਪੀ ਉੱਥੇ ਬੈਠੇ ਨੇ। ਜਾਖੜ ਸਾਹਿਬ ਜਾਂ ਕੋਈ ਹੋਰ ਆਗੂ ਬਿਆਨ ਦੇ ਰਹੇ ਸੀ, ਮੈਨੂੰ ਨਾਮ ਚੰਗੀ ਤਰ੍ਹਾਂ ਯਾਦ ਨਹੀਂ। ਸ਼ਸ਼ੀ ਥਰੂਰ ਨੇ ਵੀ ਬਿਆਨ ਦਿੱਤਾ ਜੀ। ਹੁਣ ਦੱਸੋ, ਹੁਣ ਮੈਂਬਰ ਪਾਰਲੀਮੈਂਟ ਜਿਹੜੇ 4-5 ਧਰਨੇ ਤੇ ਬੈਠੇ ਆ, ਹੁਣ ਉਹਨਾਂ ਦੀ ਕੀ ਲੋੜ ਹੈ ਜੀ ਧਰਨੇ ਦੀ? ਉਹਨਾਂ ਨੇ ਪਹਿਲਾਂ 1 ਦਿਨ ਦਾ ਧਰਨਾ ਦਿੱਤਾ, ਉਹ ਚੰਗੀ ਗੱਲ ਸੀ, ਪਰ ਉਦੋਂ ਕਹਿੰਦੇ ਸੀ ਅਸੀਂ ਲੜੀਵਾਰ ਧਰਨਾ ਦੇਵਾਂਗੇ, ਪਰ ਬਾਅਦ 'ਚ ਲੜੀਵਾਰ ਧਰਨਾ ਦਿੱਤਾ ਨਹੀਂ। ਮੈਂ ਸਵਾਲ ਵੀ ਖੜਾ ਕੀਤਾ ਸੀ, ਇਹ ਕਦੋਂ ਸ਼ੁਰੂ ਕੀਤਾ ਉਹਨਾਂ ਨੇ? ਜਦੋਂ ਕਿਸਾਨਾਂ ਦਾ ਧਰਨਾ ਸ਼ੁਰੂ ਹੋ ਗਿਆ ਜੀ। ਸੋ ਪੋਲੀਟੀਕਲ ਹੁਣ ਅਰਵਿੰਦ ਕੇਜਰੀਵਾਲ ਕਹਿੰਦਾ ਮੈਂ ਵਰਤ ਰੱਖਣਾ 1 ਦਿਨ ਦਾ। ਮੈਂ ਆਮ ਆਦਮੀ ਪਾਰਟੀ ਦੇ ਵਲੰਟੀਅਰਸ ਨੂੰ ਵੀ ਕਹਿੰਦਾ ਵਰਤ ਰੱਖੋ। ਹੁਣ ਤੁਹਾਡੇ ਵਰਤ ਰੱਖਣ ਨਾਲ ਕੀ ਹੋਣਾ ਜੀ? ਤੁਸੀਂ ਤਾਂ ਦਿੱਲੀ 'ਚ ਕਾਨੂੰਨ ਵੀ ਲਾਗੂ ਕੀਤੇ ਹੋਏ ਨੇ। ਬਿਲਕੁਲ, ਇੱਕ ਪਾਸੇ ਕਾਨੂੰਨ ਵੀ ਲਾਗੂ ਕਰਤੇ,
ਇੱਕ ਪਾਸੇ ਹੁਣ ਤੁਸੀਂ ਵਰਤ ਵੀ ਰੱਖੋਗੇ, ਜਾਂ ਤਾਂ ਕੱਲ ਵਿਧਾਨ ਸਭਾ ਦਾ ਸੈਸ਼ਨ ਬੁਲਾਓ ਕੇਜਰੀਵਾਲ ਸਾਹਿਬ, ਵਿਧਾਨ ਸਭਾ ਦਾ ਸੈਸ਼ਨ ਬਣਾ ਕੇ ਜਿਹੜੇ ਤੁਸੀਂ ਕਾਨੂੰਨ ਨੋਟੀਫਾਈ ਕੀਤੇ ਨੇ ਦਿੱਲੀ 'ਚ ਡੀ ਨੋਟੀਫਾਈ ਕਰ ਦਿਓ ਜੀ, ਰੱਦ ਕਰ ਦਿਓ ਵੀ ਅਸੀਂ ਦਿੱਲੀ 'ਚ ਨਹੀਂ ਕਾਨੂੰਨ ਲਾਗੂ ਕਰਨੇ। ਵਿਧਾਨ ਸਭਾ ਆਪਣਾ ਬੁਲਾਓ, ਛੋਟੀ ਜੀ ਸੂਬੀ ਹੈ ਦਿੱਲੀ ਜੀ, ਹੈ ਜੀ, ਛੋਟੀ ਜੀ ਸੂਬੀ ਦੀ ਵਿਧਾਨ ਸਭਾ ਬੁਲਾਓ, 70 ਉਹਦੇ 'ਚ ਐਮਐਲਏ ਨੇ ਕੁੱਲ, ਤੁਹਾਡੇ ਬਹੁਮਤ 'ਚ ਨੇ, 1 ਮਿੰਟ 'ਚ ਮਤਾ ਪਾਸ ਹੋਣਾ, ਸਰਬਸੰਮਤੀ ਨਾਲ ਕਾਨੂੰਨ ਰੱਦ ਕਰ ਦਿਓ, ਫਿਰ ਵਰਤ ਰੱਖੋ, ਫਿਰ ਕਿਸਾਨ ਵੀ ਖੁਸ਼ ਹੋਣਗੇ। ਸੋ ਇਹ ਦੋ ਮੁਹੀ ਸਿਆਸਤ ਬਹੁਤ ਹੁੰਦੀ ਹੈ ਸਾਡੇ ਮੁਲਕ 'ਚ ਜੀ। ਕਾਂਗਰਸ ਦੇ ਵੀ ਕਈ ਲੀਡਰ ਕਰ ਰਹੇ ਨੇ ਦੋ ਮੁਹੀ ਸਿਆਸਤ। ਸੋ ਦੋ ਮੁਹੀ ਸਿਆਸਤ ਨਹੀਂ ਕਰਨੀ ਚਾਹੀਦੀ, ਜੋ ਤੁਹਾਡੇ ਦਿਲ ਤੇ ਹੈ, ਜ਼ੁਬਾਨ ਤੇ ਹੈ, ਜ਼ਹਿਨ ਤੇ ਹੈ, ਉਹੀ ਸਾਹਮਣੇ ਹੋਣਾ ਚਾਹੀਦਾ ਹੈ। ਨਾਲੇ ਹੁਣ ਕਿਸਾਨਾਂ ਨੂੰ ਪੋਲੀਟੀਕਲ ਪਾਰਟੀਆਂ ਜਦੋਂ ਅੰਦੋਲਨ ਕਰਦੀਆਂ ਨੇ ਨਾ, ਤੇ ਕਿਸਾਨਾਂ ਦੇ ਅੰਦੋਲਨ ਨੂੰ ਢਾਹ ਲੱਗਦੀ ਹੈ, ਕਿਉਂਕਿ ਬੀਜੇਪੀ ਵਾਲੇ ਪੋਲੀਟੀਕਲ ਪਾਰਟੀਆਂ ਦੇ ਬਹਾਨੇ ਕਿਸਾਨ ਅੰਦੋਲਨ ਤੇ ਰਾਜਨੀਤਿਕ ਮੁੜ ਅਟੈਕ ਕਰ ਰਹੇ ਨੇ ਜੀ। ਉਹ ਬੀਜੇਪੀ ਵਾਲੇ ਬਾਰ-ਬਾਰ ਕਹੀ ਜਾਂਦੇ ਕਿ ਪੋਲੀਟੀਕਲ ਪਾਰਟੀਆਂ ਵਾਲੇ ਇਹਨਾਂ ਨੂੰ ਉਕਸਾ ਰਹੇ ਨੇ। ਸੋ ਪੋਲੀਟੀਕਲ ਪਾਰਟੀਆਂ ਨੂੰ ਇਹ ਚਾਹੀਦਾ ਹੈ ਕਿ ਉਹ ਐਲਾਨ ਕਰ ਦੇਣ ਕਿ ਸਾਡੇ ਮੁਲਕ 'ਚ ਕਿਸਾਨ ਅੰਦੋਲਨ ਹੈ, ਭਾਜਪਾ ਦੀ ਸਰਕਾਰ ਕਿਸਾਨਾਂ ਨੂੰ ਜਵਾਬ ਦੇਵੇ, ਅਸੀਂ ਆਪਣੇ ਪੱਧਰ ਤੇ ਜਵਾਬ ਮੰਗ ਰਹੇ ਹਾਂ, ਕਿਸਾਨਾਂ ਦੇ ਅੰਦੋਲਨ ਦਾ ਸਮਰਥਨ ਕਰਦੇ ਹਾਂ, ਪਰ ਅਸੀਂ ਨਾ ਧਰਨਾ ਲਾਉਣਾ ਹੈ, ਨਾ ਅਸੀਂ ਜਾਮ ਲਾਉਣੇ ਆ ਸੜਕਾਂ ਦੇ, ਔਰ ਨਾ ਅਸੀਂ ਕਿਸਾਨ ਧਰਨੇ 'ਚ ਸਿੱਧੇ ਤੌਰ ਤੇ ਸ਼ਮੂਲੀਅਤ ਕਰਨੀ ਹੈ। ਕਿਸਾਨਾਂ ਕੋਲੇ ਬਹੁਤ ਵੱਡੀ ਤਾਕਤ ਹੈ, ਕਿਸਾਨਾਂ ਨੂੰ ਅੱਜ ਲੋੜ ਹੀ ਨਹੀਂ ਪੋਲੀਟੀਕਲ ਪਾਰਟੀਆਂ ਦੇ ਸਮਰਥਨ ਦੀ, ਨਾ ਕਾਂਗਰਸ ਦੇ ਸਮਰਥਨ ਦੀ ਲੋੜ ਹੈ ਜੀ। ਕਿਸਾਨਾਂ ਦਾ ਅੰਦੋਲਨ ਹੈ, ਕਿਸਾਨ ਸਾਰਾ ਪੰਜਾਬ ਕਿਸਾਨ ਹੈ। ਦੇਖੋ ਕਿੰਨੀ ਵੱਡੀ ਗਿਣਤੀ 'ਚ ਟਰਾਲੀਆਂ, ਕਿਹੜੀ ਪੋਲੀਟੀਕਲ ਪਾਰਟੀ ਦੇ ਲੀਡਰ ਟਰਾਲੀ ਲੈ ਕੇ ਗਏ ਜੀ, ਮੈਨੂੰ ਦੱਸੋ ਜੀ। ਹੈ ਜੀ, ਸਿਰਫ ਇਹਨਾਂ ਕੋਲ ਟਰਾਲੀਆਂ ਥੋੜੀ ਵੱਡੇ ਵੱਡੇ ਚੌੜੇ ਟਾਇਰਾਂ ਵਾਲੀਆਂ ਗੱਡੀਆਂ ਹੁੰਦੀਆਂ, ਜਿੰਨੇ ਲੀਡਰ ਧਰਨੇ ਪ੍ਰਦਰਸ਼ਨ ਕਰ ਰਹੇ ਨੇ ਜੀ, ਸਾਰਿਆਂ ਕੋਲ ਸਰਕਾਰੀ ਗੱਡੀਆਂ ਨੇ, ਜਾਂ ਆਪਣੇ ਕੋਲੇ ਉਹਨਾਂ ਕੋਲੇ ਚੌੜੇ ਚੌੜੇ ਟਾਇਰਾਂ ਵਾਲੀਆਂ ਗੱਡੀਆਂ। ਕੋਈ ਐਮਪੀ ਦੱਸ ਦਿਓ ਜਿਹਦੇ ਕੋਲੇ ਸਿਰਫ ਸਾਈਕਲ ਹੋਵੇ ਜੀ, ਹੈ ਜੀ, ਕੋਈ ਵੀ ਨਹੀਂ। ਸਾਡੇ ਕਿਸਾਨ ਹੈ, ਅਸੀਂ ਸਾਈਕਲਾਂ ਵਾਲੇ ਹਾਂ। ਤੇ ਡੱਲਾ ਜੀ, ਜਦੋਂ ਤੋਂ ਖੇਤੀ ਕਾਨੂੰਨਾਂ ਨੂੰ ਲੈ ਕੇ ਇਹ ਪ੍ਰਦਰਸ਼ਨ ਸ਼ੁਰੂ ਹੋਇਆ ਦਿੱਲੀ ਦੇ ਵਿੱਚ, ਉਦੋਂ ਤੋਂ ਕਿਤੇ ਨਾ ਕਿਤੇ ਵੱਡਾ ਸਵਾਲ ਖੜਾ ਹੁੰਦਾ ਹੈ ਕਿ ਚਾਹੇ ਕੋਈ ਪੋਲੀਟੀਕਲ ਪਾਰਟੀ ਪ੍ਰੈਸ ਕਾਨਫਰੰਸ ਕਰ ਰਹੀ ਹੈ, ਧਰਨੇ ਦੇ ਰਹੀ ਹੈ, ਲੱਗ ਨਹੀਂ ਰਿਹਾ ਕਿ ਕਿਤੇ ਨਾ ਕਿਤੇ ਇਹਨਾਂ ਨੂੰ ਲੱਗ ਰਿਹਾ ਕਿ ਜੇ ਸਾਡੀ ਹੋਂਦ ਖਬਰਾਂ ਦੇ ਵਿੱਚ ਬਚੀ ਰਹਿਣੀ ਹੈ ਤਾਂ ਅਸੀਂ ਅਜਿਹੇ ਬਿਆਨ ਦਈਏ ਜਾਂ ਪ੍ਰੈਸ ਕਾਨਫਰੰਸਾਂ ਕਰੀਏ, ਕਿਉਂਕਿ ਖੇਤੀ ਕਾਨੂੰਨਾਂ ਤੇ ਜਿਹੜਾ ਕਿਸਾਨੀ ਅੰਦੋਲਨ ਹੈ ਇਹਨੇ ਸਾਰੀਆਂ ਗੱਲਾਂ ਨੂੰ ਠੰਡਾ ਪਾਤਾ। ਨਹੀਂ ਦੇਖੋ, ਧਰੁਵੀਕਰਨ ਕਰਤਾ ਖੇਤੀ ਕਾਨੂੰਨਾਂ ਨੇ, ਖੇਤੀ ਅੰਦੋਲਨ ਨੇ, ਕਿਸਾਨ ਅੰਦੋਲਨ ਨੇ ਆਮ ਲੋਕਾਂ ਨੂੰ ਸਮਝਾ ਦਿੱਤਾ ਕਿ ਅਸਲ 'ਚ ਪੋਲੀਟੀਕਲ ਪਾਰਟੀਆਂ ਉਸ ਵੇਲੇ ਅੰਦੋਲਨ ਕਰਨ ਆਈਆਂ ਨੇ ਜਦੋਂ ਅਸੀਂ ਅੱਗੇ ਆ ਗਏ ਜੀ। ਜਦੋਂ ਪਾਰਲੀਮੈਂਟ 'ਚ ਕਾਨੂੰਨ ਪਾਸ ਹੋ ਗਏ, ਉਸ ਤੋਂ ਬਾਅਦ ਪੋਲੀਟੀਕਲ ਪਾਰਟੀਆਂ ਦੇ ਲੋਕ ਤਾਂ ਸ਼ਾਂਤ ਹੋ ਗਏ ਸੀ ਜੀ। ਉਸ ਤੋਂ ਬਾਅਦ ਬਿਆਨ ਜ਼ਰੂਰ ਦਿੱਤੇ ਪੋਲੀਟੀਕਲ ਪਾਰਟੀਆਂ ਦੇ ਲੀਡਰਾਂ ਨੇ, ਕਿੱਥੇ ਧਰਨਾ ਮਾਰਿਆ ਜੀ। ਜਦ ਤੱਕ ਇਹ ਕਿਸਾਨਾਂ ਨੇ ਅੰਦੋਲਨ ਨੂੰ ਤੇਜ਼ ਨਹੀਂ ਕਰਤਾ, ਉਨੀ ਦੇਰ ਤਾਂ ਵਿਧਾਨ ਸਭਾ ਦਾ ਸੈਸ਼ਨ ਨਹੀਂ ਬੁਲਾਇਆ ਗਿਆ। ਵਿਧਾਨ ਸਭਾ ਦਾ ਸੈਸ਼ਨ ਵੀ ਕਿਸਾਨਾਂ ਦੀ ਮੰਗ ਤੇ ਬੁਲਾਇਆ ਗਿਆ ਪੰਜਾਬ 'ਚ। ਬਿਲਕੁਲ। ਸੋ ਇਸ ਕਰਕੇ ਪੋਲੀਟੀਕਲ ਪਾਰਟੀਆਂ ਨੂੰ ਇਸ ਅੰਦੋਲਨ 'ਚ ਨਹੀਂ ਪੈਣਾ ਚਾਹੀਦਾ, ਉਹਨਾਂ ਨੂੰ ਆਪਣਾ ਜਿਹੜਾ ਕੰਮ ਹੋਰ ਹੈ ਉਹ ਕਰਨਾ ਚਾਹੀਦਾ। ਉਹਨਾਂ ਦਾ ਕੰਮ ਪਾਰਲੀਮੈਂਟ 'ਚ ਸੀ ਪਹਿਲਾਂ ਤਾਂ ਜੀ, ਪਾਰਲੀਮੈਂਟ 'ਚ ਉਹਨਾਂ ਨੇ ਕੁਝ ਕੀਤਾ ਨਹੀਂ। ਹੁਣ ਇੱਕ ਕੰਮ ਕਰ ਸਕਦੀਆਂ ਨੇ ਪੋਲੀਟੀਕਲ ਪਾਰਟੀਆਂ, ਅਰਵਿੰਦ ਕੇਜਰੀਵਾਲ ਅਸਤੀਫਾ ਦੇ ਦੇ, ਆਮ ਆਦਮੀ ਪਾਰਟੀ ਦੇ ਐਮਪੀ ਅਸਤੀਫਾ ਦੇ ਦੇਣ, ਕਾਂਗਰਸ ਦੇ ਦੇਣ, ਪੰਜਾਬ 'ਚ ਆਪ, ਅਕਾਲੀ ਦਲ ਸਾਰੇ ਅਸਤੀਫੇ ਦੇ ਦੇਣ, ਬੀਜੇਪੀ ਵਾਲਿਆਂ ਨੇ ਤਾਂ ਦੇਣਾ ਨਹੀਂ ਜੀ। ਫਿਰ ਦਬਾਅ ਪਊਗਾ, ਫਿਰ ਲੱਗੂਗਾ ਵੀ ਹਾਂ ਕਿਸਾਨਾਂ ਦੇ ਨਾਲ ਖੜੇ ਆ ਭਾਈ, ਆਪਣੇ ਇਹਨਾਂ ਨੇ ਐਮਪੀ ਤੇ ਐਮਐਲਏ ਦੇ ਅਹੁਦੇ ਤਿਆਗ ਤੇ ਕਿਸਾਨਾਂ ਪਿੱਛੇ। ਫਿਰ ਲੱਗੂਗਾ ਵੀ ਦਿੱਲੀ ਦੇ ਮੁੱਖ ਮੰਤਰੀ ਨੇ ਮੁੱਖ ਮੰਤਰੀਸ਼ਿਪ ਛੱਡਤੀ ਕਿਸਾਨਾਂ ਦੇ ਹੱਕ 'ਚ, ਉਹ ਤਾਂ ਕਾਨੂੰਨ ਲਾਗੂ ਕਰੀ ਬੈਠਾ ਹੈ। ਬਿਲਕੁਲ। ਭੁੱਖ ਹੜਤਾਲ ਇੱਕ ਦਿਨ ਛੱਡ ਕੇ ਕੇਜਰੀਵਾਲ ਸਾਹਿਬ 2 ਕਰ ਲੈਣ ਜੀ, ਪਰ ਕੇਜਰੀਵਾਲ ਸਾਹਿਬ ਦਾ ਪੋਲੀਟੀਕਲ ਚਰਿੱਤਰ ਸਪਸ਼ਟ ਨਹੀਂ ਹੈ, ਪੋਲੀਟੀਕਲ ਕਰੈਕਟਰ ਸਪਸ਼ਟ ਕਰਨ ਜੀ। ਐਸਵਾਈਐਲ ਤੇ ਵੀ ਬਿਆਨ ਦੇ ਦੇਣ ਕੱਲ ਧਰਨੇ 'ਚ ਬੈਠਣ ਤੋਂ ਪਹਿਲਾਂ ਜੀ, ਹੈ ਜੀ, ਐਸਵਾਈਐਲ ਤੇ ਵੀ ਇੱਕ ਬਿਆਨ ਦੇ ਦੇਣ ਜਦੋਂ ਭੁੱਖ ਹੜਤਾਲ ਤੇ ਬੈਠਣਗੇ ਵੀ ਮੇਰਾ ਕੀ ਰੁੱਖ ਹੈ, ਕਿਉਂਕਿ ਪੰਜਾਬ 'ਚ ਉਹਨਾਂ ਨੇ ਕਈ ਵਾਰੀ ਯੂ ਟਰਨ ਲਏ ਨੇ ਐਸਵਾਈਐਲ ਤੇ। ਜੀ ਬਿਲਕੁਲ। ਸੋ ਇਹ ਸਲਾਹ ਮੈਨੂੰ ਲੱਗਦਾ ਕਿ ਸਾਰੀਆਂ ਪੋਲੀਟੀਕਲ ਪਾਰਟੀਆਂ ਨੂੰ ਮੰਨ ਲੈਣੀ ਚਾਹੀਦੀ, ਕਿਉਂਕਿ ਖਬਰਾਂ ਦੇ ਵਿੱਚ ਜੇਕਰ ਅਸਤੀਫੇ ਦਿੰਦੇ ਹੋ ਪਹਿਲੇ ਪੰਨੇ ਦੇ ਉੱਤੇ ਤੁਸੀਂ ਨਜ਼ਰ ਆਓਗੇ। ਤੇ ਡੱਲਾ ਜੀ, ਇਸ ਦੇ ਨਾਲ ਇੱਕ ਬੀਬੀ ਹੈ, ਭਾਜਪਾ ਦੀ ਸਾਂਸਦ ਵੀ ਹੈ, ਉਹ ਬੀਬੀ ਬੜੇ ਕਹਿ ਦਈਏ ਵਿਵਾਦਤ 'ਚ ਬਿਆਨ ਦਿੱਤੇ ਨੇ। ਪ੍ਰਗਿਆ ਠਾਕੁਰ, ਉਹ ਬੀਬੀ ਨੇ ਅੱਗੇ ਵੀ ਇੱਕ ਵਾਰੀ ਪੁੱਠਾ ਜਿਹਾ ਬਿਆਨ ਦਿੱਤਾ ਸੀ ਜਿਹਦੇ ਕਰਕੇ ਬੜਾ ਵਿਰੋਧ ਹੈ ਜਿਹੜਾ ਉਸ ਬੀਬੀ ਦਾ ਹੋਇਆ ਸੀ। ਅਜਿਹੇ ਬਿਆਨ ਨਹੀਂ ਦੇਣੇ ਚਾਹੀਦੇ। ਸੋ ਬੜੀ ਸਤਿਕਾਰਯੋਗ ਹੈ ਉਹ ਬੀਬੀ। ਸੋ ਕਈ ਵਾਰੀ ਮੈਂ ਦੇਖਦਾ ਹੁੰਦਾ ਜੀ, ਕਈ ਵਾਰੀ ਪਾਰਲੀਮੈਂਟ ਦੇ ਵਿੱਚ ਵੀ ਜਾਂਦੇ ਨੇ, ਲੰਮਾ ਸਮਾਂ ਉਹਨਾਂ ਨੇ ਇੱਕ ਬੜਾ ਗੰਭੀਰ ਇਲਜ਼ਾਮ ਹੈ ਉਹਨਾਂ ਤੇ, ਉਹਨਾਂ ਨੇ ਜੇਲ੍ਹ ਵੀ ਕੱਟੀ ਹੈ। ਉਦੋਂ ਉਹਨਾਂ ਨੇ ਇੱਕ ਵਾਰੀ ਕਿਹਾ ਵੀ ਸੀ ਕਿ ਮੇਰੇ ਤੇ ਜੇਲ੍ਹ ਤੇ ਬੜੀ ਤਸ਼ੱਦਦ ਹੋਈ ਹੈ। ਸੋ ਜਿਸ ਬੀਬੀ ਤੇ ਖੁਦ ਤਸ਼ੱਦਦ ਹੋਈ ਹੋਵੇ ਉਹਨੂੰ ਅਜਿਹੇ ਬਿਆਨਾਂ ਦੇ ਨਾਲ ਕਿਸੇ ਕਿਸਾਨ ਅੰਦੋਲਨ ਦੇ ਉੱਤੇ ਸਵਾਲ ਨਹੀਂ ਚੱਕਣੇ ਚਾਹੀਦੇ ਜੀ। ਸੋ ਕੋਈ ਵੀ ਅੰਦੋਲਨ ਹੋਵੇ, ਇੱਕਾ ਦੁੱਕਾ ਲੋਕ ਗਲਤੀਆਂ ਵੀ ਕਰ ਜਾਂਦੇ ਨੇ, ਕੁਝ ਮਾੜੇ ਤੱਤ ਵੀ ਅੰਦੋਲਨਾਂ 'ਚ ਆ ਜਾਂਦੇ ਨੇ। ਮੈਂ ਨਹੀਂ ਕਹਿੰਦਾ ਅੰਦੋਲਨਾਂ 'ਚ ਮਾੜੇ ਤੱਤ ਨਹੀਂ ਆਉਂਦੇ, ਅੰਦੋਲਨ ਵੀ ਸਮਾਜ ਦਾ ਹਿੱਸਾ ਨੇ, ਸਮਾਜ 'ਚ ਵੀ ਮਾੜੇ ਚੰਗੇ ਤੱਤ ਹੁੰਦੇ ਨੇ,
ਪਰ ਸਾਰੇ ਕਿਸਾਨ ਅੰਦੋਲਨ ਨੂੰ ਬਦਨਾਮ ਨਹੀਂ ਕੀਤਾ ਜਾਣਾ ਚਾਹੀਦਾ। ਔਰ ਇਹ ਇੱਕ ਧਾਰਨਾ ਬਣ ਗਈ ਹੈ ਸਾਡੇ ਮੁਲਕ 'ਚ, ਕੋਈ ਵੀ ਅੰਦੋਲਨ ਹੁੰਦਾ ਨਾ, ਜਿਹੜਾ ਸੱਤਾ ਧਿਰ ਹੈ, ਸੱਤਾ ਧਿਰ ਅੰਦੋਲਨਕਾਰੀਆਂ ਨੂੰ ਉਹਨਾਂ ਦੀ ਦੇਸ਼ ਭਗਤੀ ਤੇ ਸਵਾਲ ਖੜੇ ਕਰਨ ਲੱਗ ਜਾਂਦਾ ਹੈ। ਇਹ ਬੜੀ ਜਿਹੜੀ ਹੈ ਇਹ ਗਲਤ ਰੀਤ ਹੈ, ਇਹ ਗਲਤ ਰੀਤ ਨਹੀਂ ਹੋਣੀ ਚਾਹੀਦੀ ਜੀ। ਕੋਈ ਵੀ ਅਗਰ ਆਪਣੇ ਹੱਕ ਲਈ ਸੰਘਰਸ਼ ਕਰਦਾ ਹੈ ਤੇ ਉਹਦਾ ਸੰਵਿਧਾਨਿਕ ਹੱਕ ਹੈ, ਉਹਦੇ ਵਿੱਚ ਕੋਈ ਮਾੜਾ ਚੰਗਾ ਤੱਤ ਹੋ ਸਕਦਾ, ਮਾੜਾ ਤੱਤ ਹੋ ਸਕਦਾ, ਪਰ ਉਹ ਸਾਰੇ ਦੇਸ਼ ਦਰੋਹੀ ਨਹੀਂ ਹੋ ਜਾਂਦੇ। ਇਹ ਨਹੀਂ ਕਰਨਾ ਚਾਹੀਦਾ। ਬੀਬੀ ਪ੍ਰਗਿਆ ਠਾਕੁਰ ਨੂੰ ਬੜਾ ਪੁੱਠਾ ਜਿਹਾ ਬਿਆਨ ਦਿੱਤਾ। ਬੀਬੀ ਫਿਲਮਾਂ ਵਾਲੀ ਕੰਗਣਾ ਰਣੌਤ ਨੇ ਵੀ ਬੜਾ ਪੁੱਠਾ ਜਿਹਾ ਬਿਆਨ ਦਿੱਤਾ ਸੀ, ਉਹਦੀ ਬੜੀ ਨਖੇਦੀ ਹੋਈ ਬੀਬੀ ਕੰਗਣਾ ਰਣੌਤ ਦੇ ਬਿਆਨ ਦੀ। ਪਰ ਜਿਹੜੇ ਬੀਬੀ, ਮੈਂ ਕਈ ਵਾਰੀ ਦੇਖਦਾ ਕੀ ਕਹਿੰਦੇ ਨੇ, ਭਗਵੇ ਵਸਤਰ ਕਹਿੰਦੇ, ਮੈਨੂੰ ਤਾਂ ਸੰਤਰੀ ਰੰਗ ਪਤਾ ਹੈ, ਸੰਤਰੀ ਰੰਗ ਦੇ ਵੀ ਬੀਬੀ ਕੱਪੜੇ ਪਾਉਂਦੀ ਹੈ। ਕਈ ਵਾਰੀ ਫੋਟੋ ਵੀ ਕਈ ਵਾਰੀ ਲੱਗੀ ਹੁੰਦੀ, ਸੰਤਰੀ ਰੰਗ ਜ਼ਿਆਦਾ ਪਾਇਆ ਹੁੰਦਾ, ਸੰਤਰੀ ਵਰਗਾ ਹੀ ਹੈ, ਪੂਰਾ ਸੰਤਰੀ ਵੀ ਹੈ। ਸੋ ਭਗਵਾ ਵੀ ਕਹਿੰਦੇ ਇਹਨੂੰ, ਕੇਸਰੀ, ਕੇਸਰੀ ਵੀ ਰੰਗ, ਕੇਸਰੀ ਨਾਲ ਮਿਲਦਾ ਜੁਲਦਾ ਰੰਗ ਹੈ। ਸੋ ਇਸ ਕਰਕੇ ਅਜਿਹੇ ਬਿਆਨ ਨਹੀਂ ਦੇਣੇ ਚਾਹੀਦੇ। ਮੈਂ ਪਛਾਣ ਦੇ ਤੌਰ ਤੇ ਬਹੁਤ ਸਾਰੇ ਲੋਕਾਂ ਦੇ ਜ਼ਿਹਨ 'ਚ ਪਛਾਣ ਆ ਜਾਂਦੀ ਹੈ ਇਹਦੇ ਨਾਲ ਵੀ ਕਿਹਦੀ ਗੱਲ ਹੋ ਰਹੀ ਹੈ। ਫੋਟੋ ਪਛਾਣਨ 'ਚ ਆਸਾਨੀ ਹੋ ਜਾਂਦੀ ਹੈ, ਕਿਉਂਕਿ ਕਈ ਲੋਕ ਇੰਨੇ ਮਸ਼ਹੂਰ ਨਹੀਂ ਹੁੰਦੇ ਕਿ ਸਿਰਫ ਉਹਨਾਂ ਦੇ ਨਾਮ ਤੋਂ ਹੀ ਉਹਨਾਂ ਦੀ ਪਛਾਣ ਹੋ ਸਕੇ। ਮੋਦੀ ਹੋ ਗਿਆ, ਕੈਪਟਨ ਅਮਰਿੰਦਰ ਹੋ ਗਏ, ਇਹ ਲੋਕ ਤਾਂ ਬੜੇ ਮਸ਼ਹੂਰ ਹੈ। ਇਹ ਤਾਂ ਇਕੱਲਾ ਨਾਂ ਲੈ ਲਓ ਤੇ ਗੂਗਲ ਤੇ ਵੀ ਇਹਨਾਂ ਦਾ ਨਾਂ ਭਰ ਦਿਓ ਤੇ ਫੋਟੋਆਂ ਬਾਹਰ ਆ ਜਾਂਦੀਆਂ ਨੇ। ਸੋ ਅਜਿਹੇ ਬਿਆਨ ਨਹੀਂ ਦੇਣੇ ਚਾਹੀਦੇ, ਗੁਰੇਜ਼ ਕਰਨਾ ਚਾਹੀਦਾ ਹੈ। ਔਰ ਜਿੱਥੋਂ ਤੱਕ ਬੀਜੇਪੀ ਦੀ ਗੱਲ ਰਹੀ, ਹੁਣ ਪੰਜਾਬ 'ਚ ਕਈ ਪ੍ਰੈਸ ਕਾਨਫਰੰਸ ਬੀਜੇਪੀ ਵਾਲਿਆਂ ਨੇ ਕਰਨੀਆਂ। ਅਸ਼ਵਨੀ ਸ਼ਰਮਾ ਪੰਜਾਬ ਦੀ ਲੀਡਰਸ਼ਿਪ ਮਿਲ ਕੇ ਆਈ ਹੈ, ਕੇਂਦਰ ਨਾਲ ਬੈਠਕਾਂ ਕੀਤੀਆਂ ਨੇ। ਹੁਣ ਬੀਜੇਪੀ ਵਾਲਿਆਂ ਦੀ ਕੋਸ਼ਿਸ਼ ਇਹ ਹੈ ਕਿ ਅਸੀਂ ਕਿਸਾਨਾਂ ਨੂੰ ਜਾਗਰੂਕ ਕਰੀਏ, ਖੇਤੀ ਬਿੱਲਾਂ ਦੇ ਫਾਇਦੇ ਗਿਣਾਈਏ। ਇਹ ਇਸ ਕਰਕੇ ਵੀ ਜ਼ਰੂਰੀ ਹੈ ਗਗਨ, ਅੰਦੋਲਨ ਭਖ ਰਿਹਾ ਤੇ 1.25 ਸਾਲ ਬਾਅਦ ਚੋਣਾਂ ਹੋ ਜਾਣੀਆਂ ਨੇ ਪੰਜਾਬ 'ਚ। ਬੀਜੇਪੀ ਦੇ ਲੀਡਰਾਂ ਨੂੰ ਇਹ ਵੀ ਡਰ ਹੈ ਵੀ ਜੇ ਅਸੀਂ ਕਿਸਾਨਾਂ ਨੂੰ ਸਮਝਾ ਨਾ ਸਕੇ, ਅੰਦੋਲਨ ਇਹ ਨਿਬੜ ਨਾ ਸਕਿਆ, ਤਾਲਮੇਲ ਬਣ ਨਾ ਸਕਿਆ, ਤੇ ਕਿਤੇ ਸਾਡਾ ਸਿਆਸੀ ਨੁਕਸਾਨ ਨਾ ਹੋ ਜੇ। ਪਰ ਬੀਜੇਪੀ ਨੇ ਜੇ ਸਿਆਸੀ ਫਾਇਦਾ ਪੰਜਾਬ 'ਚ ਲੈਣਾ ਹੈ ਤੇ ਕਾਨੂੰਨ ਰੱਦ ਕਰ ਦੇ। ਜੇ ਬੀਜੇਪੀ ਕਿਸਾਨਾਂ ਨਾਲ ਸਹਿਮਤੀ ਬਣਾ ਕੇ ਕਾਨੂੰਨ ਰੱਦ ਕਰ ਦੂ, ਨਵੇਂ ਕਾਨੂੰਨ ਕਿਸਾਨਾਂ ਦੀ ਹਮਾਇਤ ਨਾਲ, ਕਿਸਾਨਾਂ ਦੀ ਸਲਾਹ ਨਾਲ ਬਣਾ ਲੂ, ਤੇ ਬੀਜੇਪੀ ਵੱਧ ਸੀਟਾਂ ਵੀ ਪੰਜਾਬ 'ਚ ਜਿੱਤ ਸਕਦੀ ਹੈ। ਫਿਰ ਬੀਜੇਪੀ ਪੰਜਾਬ 'ਚ ਸਰਕਾਰ ਬਣਾਉਣ ਬਾਰੇ ਸੋਚ ਸਕਦੀ ਹੈ। ਹਾਲ ਦੀ ਘੜੀ ਇਹ ਸੁਪਨਾ ਹਜੇ ਦੂਰ ਦਾ ਲੱਗਦਾ ਹੈ, ਮੇਰੇ ਵੱਲੋਂ ਇਹ ਨਹੀਂ ਜੀ। ਬਿਲਕੁਲ। ਸੋ ਦੇਖਦੇ ਹਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕਿਸਾਨੀ ਸੰਘਰਸ਼ ਨੂੰ ਲੈ ਕੇ ਭਾਜਪਾ ਕੋਈ ਵਧੀਆ ਫੈਸਲਾ ਲੈਂਦੀ ਹੈ, ਕਿਉਂਕਿ ਬੀਤੇ ਦਿਨੀ ਜੋ ਦੁਸ਼ਯੰਤ ਚੌਟਾਲਾ ਹੋਣਾ ਦਾ ਬਿਆਨ ਸੀ, ਉਸ ਦੇ ਵਿੱਚ ਉਹਨਾਂ ਨੇ 40 ਘੰਟਿਆਂ ਦਾ ਸਮਾਂ ਕਿਹਾ ਸੀ। ਮੈਨੂੰ ਲੱਗਦਾ ਕਿ ਉਸ ਤੋਂ ਵਿੱਚੋਂ 24 ਘੰਟੇ ਡੱਲਾ ਜੀ ਬੀਤ ਚੁੱਕੇ ਨੇ, ਤੇ ਉਮੀਦ ਹੈ ਕਿ ਆਉਣ ਵਾਲੇ 24 ਘੰਟਿਆਂ ਦੇ ਵਿੱਚ ਕੋਈ ਸਾਰਥਕ ਨਤੀਜਾ ਆ ਜਾਵੇ। ਲਗਾਤਾਰ ਮੀਟਿੰਗਾਂ ਜਿਹੜੀਆਂ ਦਿਨ ਰਾਤ ਹੋ ਰਹੀਆਂ ਨੇ, ਕੋਈ ਵੱਡਾ ਬਿਆਨ ਆ ਜਾਵੇ ਤੇ ਕਿਸਾਨ ਸਾਡੇ ਵਾਪਸ ਘਰਾਂ ਨੂੰ ਪਰਤਣ, ਕਿਉਂਕਿ ਠੰਡ ਪੰਜਾਬ ਦੇ ਵਿੱਚ ਫਿਰ ਤੋਂ ਵਧਣ ਲੱਗੀ ਹੈ। ਜੇ ਦਿੱਲੀ ਦੀ ਗੱਲ ਕਰੀਏ ਤਾਂ ਉੱਥੇ ਵੀ ਵਧ ਰਹੀ ਹੈ, ਠੰਡ ਬਹੁਤ ਜ਼ਿਆਦਾ ਜੀ। ਸੋ ਉਮੀਦ ਹੈ ਕਿ ਠੰਡ ਦੇ ਮੱਦੇਨਜ਼ਰ ਸਰਕਾਰਾਂ ਕੋਈ ਵਧੀਆ ਫੈਸਲਾ ਲੈਣ ਤੇ ਕਿਸਾਨ ਵਾਪਸ ਘਰਾਂ ਨੂੰ ਪਰਤ ਸਕਣ। ਡੱਲਾ ਜੀ ਬਹੁਤ ਬਹੁਤ ਧੰਨਵਾਦ।